बहुत झूठ बोले जाते हैं, बहुत हवाई किले बनाए जाते हैं कि बेटा तुसी आ चीज़ करोगे वो चीज़ करोगे, जो बच्चा उत्थे लैंड करता उन्होंने वो चीज़ां नहीं मिलदियां। जे तुसी कहंदे GIC दी इन्फॉर्मेशन गूगल दे विच अवेलेबल है, जे उन्होंने तुसी गूगल करो तो खर्चा पानी हुंदा है जिहड़ा पेरेंट्स अपने बच्चे दे खर्चा पानी लई दिंदा वै, जिहड़ी कि रिफंडेबल हुंदी है, अराउंड 10,000 समथिंग अमाउंट हुंदी है, तो वो घट्टो घट्ट एक सैलरी रखना पैंदा वै। जो एजेंट्स होते हैं ये GIC विड्रॉ करवा के अपने पास रख लेते हैं खुद के फ़ायदे के लिए, है ना। तो इसके बड़े 1-2 केस देखने को मिले, जिसकी वजह से जब लड़की ने PR अप्लाई करी तो उनको पता लगा कि कॉलेज की जो इसकी फ़ीस रिसिप्ट थी कॉलेज की, वो तो फेक थी। कनाडा में कोई भी ऑफिसर ऐसा नहीं है जो बैंक में कॉल करके किसी भी बच्चे की डिटेल्स निकाल सके कि इसके अकाउंट में इतने पैसे हैं। तो इसका वो ये जो लूप होल है ना, ये उनको पता है इंडिया वाले एजेंट्स को। लड़की ने इधर आके देखा कॉलेज में इनरोल्ड नहीं हुई, कैम्ब्रियन कॉलेज में, तो इसलिए लड़की ने कॉलेज चेंज करा के किसी और कॉलेज में चली गई, उधर खुद के पैसों से फीस भरी अपने घर वालों से मंगवा के, और घर वाले एजेंट के पीछे पीछे भागते रहे कि फीस वापस कर दे। एडवरटाइजमेंट या काफ़ी इंटरव्यूज़ करते हैं तो ਜਿਹੜੇ ਵੱਡੇ ਵੱਡੇ ਏਜੰਟਸ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਅਸੀਂ ਫਾਈਨੈਂਸ ਕਰਾ ਦਾਂਗੇ। ਕੀ ਇਹ ਉਹ ਫਾਈਨੈਂਸ ਦੀ ਗੱਲ ਹੋ ਰਹੀ ਹੈ? ਯੈਸ ਇਹ ਉਹੀ ਫਾਈਨੈਂਸ ਦੀ ਗੱਲ ਹੋ ਰਹੀ ਹੈ ਕਿ ਜਿਹਨੂੰ ਤੁਸੀਂ ਸ਼ਾਰਟਕਟ ਸਮਝ ਕੇ ਆਪਣਾ ਸੁਪਨਾ ਪੂਰਾ ਕਰਨ ਦੇ ਚਾਹ ਦੇ ਵਿੱਚ ਬਾਹਰ ਜਾਂਦੇ ਹੋ, ਤੇ ਜਦੋਂ PR ਲੱਗਣ ਦੀ ਵਾਰੀ ਆਉਂਦੀ ਹੈ ਤੇ ਜੋ ਤੁਹਾਡੀ ਸਾਰੀ ਪ੍ਰੋਫਾਈਲ ਗੋ ਥਰੂ ਕੀਤੀ ਜਾਂਦੀ ਹੈ, ਜਿਹੜੇ ਉੱਥੇ ਮੇਨ ਲਿਖਿਆ ਹੋਇਆ ਕਲੋਜ਼ ਕਿ 1 ਸਾਲ ਲਈ ਤੁਹਾਡੀ GIC ਉੱਥੇ ਹੋਣੀ ਚਾਹੀਦੀ ਹੈ, ਉਹ ਤਾਂ ਰਿਫੰਡ ਹੀ ਹੋ ਜਾਂਦੀ ਹੈ ਬੱਚੇ ਦੀ ਜਦੋਂ ਬੱਚਾ ਲੈਂਡ ਕਰਦਾ ਉੱਥੇ। ਕਿ ਜਿਹੜੀ ਆਹ ਪ੍ਰੋਬਲਮ ਜਿਹੜੀ ਬੱਚੇ ਨੂੰ ਹੁੰਦੀ ਉਹ ਫਰਾਡ ਕੇਸ ਹੋ ਜਾਂਦਾ ਵਾ, ਤੇ ਇਹ ਬਲਫ ਖੇਲਿਆ ਜਾਂਦਾ ਵਾ ਏਜੰਟਸ ਵੱਲੋਂ ਬੱਚਿਆਂ ਦੇ ਲਈ। ਇਹ ਏਜੰਟ ਅਪਰੂਵ ਨਹੀਂ ਕਰਕੇ ਦਿੰਦਾ, ਇਹ ਬਹੁਤ ਬੱਚਿਆਂ ਦੀ ਪ੍ਰੋਬਲਮ ਹੈ ਤੇ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੈ ਕਿ ਜੇ ਏਜੰਟ ਨੇ ਕਹਿਤਾ ਤਾਂ ਮੇਰਾ ਵੀਜ਼ਾ ਆ ਜਾਊਗਾ। ਵੀਜ਼ਾ ਏਜੰਟ ਨੇ ਨਹੀਂ ਦੇਣਾ, ਨਾ ਉਹ ਕਾਲਜ ਵਾਲਿਆਂ ਨੇ ਦੇਣਾ, ਉਹ ਦੇਣਾ ਐਮਬੈਸੀ ਨੇ। ਨਾ ਉੱਪਰੋਂ ਦੀ ਆਡਿਟਸ ਹੁੰਦੀਆਂ ਨੇ ਕਿ ਉਹ ਕੰਮ ਕਿਸ ਤਰੀਕੇ ਨਾਲ ਕਰ ਰਿਹਾ ਵੈ, ਕਿ ਕਿਸੇ ਬੱਚੇ ਦੀ ਪ੍ਰੋਫਾਈਲ ਤਾਂ ਨਹੀਂ ਲੌਂਚ ਕੀਤੀ ਹੋਈ। ਇੱਥੇ ਛਾਪੇ ਵੀ ਪਏ ਸੀਗੇ ਜਿਨ੍ਹਾਂ ਨੇ ਵਿਦਾਊਟ ਲਾਇਸੈਂਸ ਵੀ ਆਪਣਾ ਇਮੀਗ੍ਰੇਸ਼ਨ ਚਾਲੂ ਕੀਤਾ ਹੋਇਆ ਸੀਗਾ, ਉਹ ਵਿਦਿਨ ਅ ਡੇ ਰਾਤੋਂ ਰਾਤ ਬੰਦ ਹੋ ਕੇ ਤੇ ਅੰਡਰਗਰਾਊਂਡ ਹੋ ਗਏ ਸੀਗੇ। ਤੁਹਾਡੇ ਨਾਲ ਵੀ ਬਲਫ ਖੇਡਿਆ ਗਿਆ ਵਾ, ਤੁਸੀਂ ਵੀ ਜਦੋਂ ਗਏ ਹੋ ਤੇ ਤੁਹਾਨੂੰ ਝੂਠ ਬਲਫ ਖੇਡ ਕੇ ਤੁਹਾਨੂੰ ਉੱਥੇ ਲੈ ਕੇ ਗਿਆ ਵਾ, ਤੇ ਆਪਾਂ ਇਹਨਾਂ ਤੇ ਐਕਸ਼ਨ ਨਹੀਂ ਲੈ ਸਕਦੇ ਕੋਈ? ਏਜੰਟਸ ਕੰਮ ਕਰ ਰਹੇ ਨੇ ਤੇ ਭੋਲੇ ਬੱਚਿਆਂ ਨੂੰ ਬਹੁਤ ਟਾਰਗੇਟ ਈਜ਼ਲੀ ਕਰ ਦਿੰਦੇ ਨੇ। ਅੱਜ ਪੰਜਾਬ ਦਾ ਹਰ ਨੌਜਵਾਨ ਬਾਹਰ ਜਾਣ ਦਾ ਚਾਹਵਾਨ ਹੈ, ਪਰ ਜੇ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੇ ਇਹ ਵੀਡੀਓ ਧਿਆਨ ਨਾਲ ਦੇਖੋ, ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵੱਡੇ ਖੁਲਾਸੇ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਇੱਕ ਕੈਨੇਡਾ 'ਚੋਂ ਆਡੀਓ ਆਈ ਹੈ ਸਾਡੇ ਕੋਲ, ਜਿਸ ਦੇ ਵਿੱਚ ਉਸਨੇ ਬਹੁਤ ਵੱਡੇ ਖੁਲਾਸੇ ਕੀਤੇ ਆ। ਅਸੀਂ ਉਸ ਨੂੰ ਲੈ ਕੇ ਹੀ ਅੱਜ ਗੱਲਾਂ ਜਿਹੜੀਆਂ ਹੈਗੀਆਂ ਆਡੀਓ ਦੇ ਵਿੱਚ ਉਹ ਕਲੀਅਰ ਕਰਨ ਲਈ ਪਹੁੰਚੇ ਹਾਂ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਨੇ, ਤੇ ਜਿਹੜੇ ਸਟੂਡੈਂਟਸ ਨੇ ਲਾਸਟ ਦੇ ਵਿੱਚ ਉਹਨਾਂ ਨੂੰ ਸਮਨ ਤੱਕ ਨਿਕਲ ਜਾਂਦੇ ਨੇ, ਡਿਪੋਰਟ ਵੀ ਕਰਾਉਣੇ ਪੈਂਦੇ ਨੇ। ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਇਹਨਾਂ ਦਾ ਐਕਸਪੀਰੀਅੰਸ ਹੈਗਾ ਵਾ, ਇਹ ਆਪ ਵੀ ਬਾਹਰ ਰਹਿ ਕੇ ਆਏ ਨੇ ਤੇ ਕਾਫੀ ਦਿਨਾਂ ਤੋਂ ਇਹ ਆਈਲਟਸ ਸੈਂਟਰ ਚਲਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ IELTS ਦੇ ਵਿੱਚ ਇਹਨਾਂ ਕੋਲ ਕਾਫੀ ਸਟੂਡੈਂਟਸ ਆਉਂਦੇ ਨੇ ਤੇ ਇਹਨਾਂ ਦਾ ਵੀ ਕਾਫੀ ਵਾਸਟ ਐਕਸਪੀਰੀਅੰਸ ਹੈਗਾ। ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਜਿਹੜੀ ਦਿੱਕਤਾਂ ਨੇ ਉਹ ਸਟੂਡੈਂਟ ਨੂੰ ਸਟਾਰਟਿੰਗ ਦੇ ਵਿੱਚ ਆਉਂਦੀਆਂ ਨੇ। ਥੈਂਕ ਯੂ ਸੌਰਭ। ਅੱਜ ਮੈਂ ਤੁਹਾਨੂੰ ਜਿਹੜੀ ਮੇਨ ਜਿਹੜੀ ਦਿੱਕਤ ਜਿਹੜੀ ਬੱਚਿਆਂ ਨੂੰ ਫੇਸ ਕਰਨੀ ਪੈ ਰਹੀ ਹੈ, ਕਿਉਂਕਿ ਮੈਂ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਰਹਿ ਚੁੱਕੀ ਹੋਈ ਹਾਂ ਐਂਡ ਆਈ ਵੈਂਟ ਟੂ ਸਿੰਗਾਪੁਰ ਐਂਡ ਆਈ ਸਟੇਡ ਦੇਅਰ ਫॉर ਮੋਰ ਦੈਨ ਅ ਈਅਰ। ਅਤੇ ਜਿਹੜੀ ਮੈਨੂੰ ਐਜ਼ ਅ ਸਟੂਡੈਂਟ ਉੱਥੇ ਜਿਹੜੀ ਪ੍ਰੋਬਲਮ ਆਈ ਬਿਕੋਜ਼ ਆਫ ਮਾਈ ਏਜੰਟ, ਉਹ ਇਹ ਆਈ ਸੀਗੀ ਕਿ ਟਰਾਂਸਪੇਰੈਂਸੀ, ਬਹੁਤ ਝੂਠ ਬੋਲੇ ਜਾਂਦੇ ਨੇ, ਬਹੁਤ ਹਵਾਈ ਕਿਲੇ ਬਣਾਏ ਜਾਂਦੇ ਨੇ ਕਿ ਬੇਟਾ ਤੁਸੀਂ ਆਹ ਚੀਜ਼ ਕਰੋਗੇ ਉਹ ਚੀਜ਼ ਕਰੋਗੇ, ਜਦੋਂ ਬੱਚਾ ਉੱਥੇ ਲੈਂਡ ਕਰਦਾ ਉਹਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ। ਦੂਸਰੀ ਗੱਲ ਕਿ ਬੱਚੇ ਖੁਦ ਵੀ ਸਮਾਰਟ ਤਾਂ ਹੈ, ਬਟ ਉਹ ਏਜੰਟ ਉੱਤੇ ਇੰਨੇ ਟਰਸਟ ਕਰਨ ਲੱਗ ਜਾਂਦੇ ਨੇ ਕਿ ਉਹ ਸੋਚਦੇ ਆ ਕਿ ਹਾਂ ਵੀ ਜੇ ਏਜੰਟ ਨੇ ਇੰਨੀ ਗੱਲ ਕਹਿਤੀ ਤਾਂ ਪੱਕਾ ਹੋਊਗੀ। ਟਰਸਟ ਤਾਂ ਕਰਦੇ ਕਿਉਂਕਿ ਉਹਨਾਂ ਕੋਲ ਕੋਈ ਹੋਪ ਨਹੀਂ ਹੁੰਦੀ। ਜਿਹਦੇ ਦਿਲ ਦੇ ਵਿੱਚ ਇੱਕ ਹੁੰਦੀ ਹੈ ਕਿ ਮੈਂ ਬਾਹਰ ਜਾਣਾ, ਮੈਂ ਕੈਨੇਡਾ ਜਾਣਾ ਵਾ, +2 ਤੋਂ ਬਾਅਦ ਸਟੱਡੀ ਕਰਨੀ ਹੈ, ਤੇ ਉਹਨਾਂ ਕੋਲ ਜਿਸ ਦੇ ਕੋਲ ਕੋਈ ਹੋਪ ਨਹੀਂ ਹੁੰਦੀ ਉਹ ਏਜੰਟ ਹੀ ਰਹਿ ਜਾਂਦੀ ਹੈ ਉਹਨਾਂ ਕੋਲ। ਉਸ ਤੋਂ ਬਾਅਦ ਇੱਕ ਆਡੀਓ ਦੇ ਵਿੱਚ ਵਾਇਰਲ ਹੋ ਰਹੀ ਹੈ ਕਿ GIC ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਵਾ,
ਇਹ GIC ਕੀ ਹੈ ਤੇ ਕਿਸ ਤਰ੍ਹਾਂ ਕਿਉਂਕਿ ਰਿਫੰਡ ਦੀ ਗੱਲ ਹੋ ਰਹੀ ਹੈ ਕਿ ਕੁਝ ਅਮਾਉਂਟ ਸਾਡੇ ਜਾਣ ਤੋਂ ਪਹਿਲਾਂ ਹੀ ਰਿਫੰਡ ਕਰ ਲਿੱਤੇ ਜਾਂਦੇ ਨੇ, ਤੇ ਇਹ ਏਜੰਟਸ ਵੱਲੋਂ ਹੁੰਦਾ ਜਾਂ ਕਿਹਨਾਂ ਵੱਲੋਂ ਹੁੰਦਾ? ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਬੱਚਿਆਂ ਕੋਲ ਕੋਈ ਹੋਪ ਨਹੀਂ ਰਹਿੰਦੀ। ਬੱਚੇ ਅੱਜ ਕੱਲ੍ਹ ਬਹੁਤ ਜ਼ਿਆਦਾ ਸਮਾਰਟ ਨੇ, ਦੇ ਆਰ ਟੈਕਨੋ ਸੇਵੀ, ਉਹਨਾਂ ਟੈਕਨੋਲੋਜੀ ਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ। ਪਲੱਸ ਉਹ ਦੇ ਕੈਨ ਗੂਗਲ ਐਵਰੀਥਿੰਗ ਔਨ ਦ ਗੂਗਲ ਕਰ ਸਕਦੇ ਨੇ ਕਿ ਕੀ ਪ੍ਰੋਸੈਸ ਆ, ਮੈਨੂੰ ਕੀ ਚੀਜ਼ ਚਾਹੀਦੀ ਹੈ ਅਤੇ ਕਿੰਨੇ ਚੀਜ਼ ਦੀ ਰੱਖਣੀ ਹੈ। ਜੇ ਤੁਸੀਂ ਕਹਿੰਦੇ GIC ਦੀ ਇਨਫੋਰਮੇਸ਼ਨ ਗੂਗਲ ਦੇ ਵਿੱਚ ਅਵੇਲੇਬਲ ਹੈ। ਜੇ ਉਹਨੂੰ ਤੁਸੀਂ ਗੂਗਲ ਕਰੋ ਤੇ ਖਰਚਾ ਪਾਣੀ ਹੁੰਦਾ ਜਿਹੜਾ ਪੈਰੈਂਟਸ ਆਪਣੇ ਬੱਚੇ ਦੇ ਖਰਚਾ ਪਾਣੀ ਲਈ ਦਿੰਦਾ ਵੈ, ਜਿਹੜੀ ਕਿ ਰਿਫੰਡੇਬਲ ਹੁੰਦੀ ਹੈ, ਅਰਾਊਂਡ 10,000 ਸਮਥਿੰਗ ਅਮਾਊਂਟ ਹੁੰਦੀ ਹੈ, ਤੇ ਉਹ ਘੱਟੋ ਘੱਟ ਇੱਕ ਸੈਲਰੀ ਰੱਖਣਾ ਪੈਂਦਾ ਵੈ, ਜਿਹੜੀ ਕਿ 1 ਸਾਲ ਦੇ ਵਿੱਚ ਰਿਫੰਡ ਹੋ ਜਾਂਦੀ ਹੈ। ਜਦੋਂ ਬੱਚਾ GIC ਭਰ ਕੇ ਆਪਣੀ ਜਦੋਂ ਜਾਂਦਾ ਹੈ ਤੇ ਉਹ ਜਦੋਂ ਬੱਚੇ ਕੋਲ ਸ਼ਾਇਦ ਹੋ ਵੀ ਸਕਦੀ ਹੈ, ਤੇ ਜਦੋਂ ਬੱਚੇ ਕੋਲ GIC ਨਹੀਂ ਹੁੰਦੀ ਹੈ, ਘੱਟ ਅਮਾਊਂਟ ਹੁੰਦੀ ਹੈ, ਜਿੱਦਾਂ ਸਪੋਜ਼ ਕਰੋ 7 ਤੋਂ 8 ਲੱਖ ਰੁਪਈਆ, ਤੇ ਏਜੰਟ ਮੋਸਟਲੀ ਏਜੰਟਸ ਕੀ ਕਹਿੰਦੇ ਨੇ, ਠੀਕ ਅਸੀਂ GIC ਦਾ ਤੁਹਾਨੂੰ ਅਰੇਂਜ ਕਰਵਾ ਦਿੰਦੇ ਹਾਂ। ਜਿਵੇਂ ਕਿ ਅਸੀਂ ਐਡਵਰਟੀਜ਼ਮੈਂਟ ਜਾਂ ਕਾਫੀ ਇੰਟਰਵਿਊਜ਼ ਕਰਦੇ ਹਾਂ ਤੇ ਜਿਹੜੇ ਵੱਡੇ ਵੱਡੇ ਏਜੰਟਸ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਅਸੀਂ ਫਾਈਨੈਂਸ ਕਰਾ ਦਾਂਗੇ। ਕੀ ਇਹ ਉਹ ਫਾਈਨੈਂਸ ਦੀ ਗੱਲ ਹੋ ਰਹੀ ਹੈ? ਯੈਸ, ਇਹ ਉਹੀ ਫਾਈਨੈਂਸ ਦੀ ਗੱਲ ਹੋ ਰਹੀ ਹੈ ਕਿ ਜਿਹਨੂੰ ਤੁਸੀਂ ਸ਼ਾਰਟਕਟ ਸਮਝ ਕੇ ਆਪਣਾ ਸੁਪਨਾ ਪੂਰਾ ਕਰਨ ਦੇ ਚਾਹ ਦੇ ਵਿੱਚ ਬਾਹਰ ਜਾਂਦੇ ਹੋ, ਤੇ ਜਦੋਂ PR ਲੱਗਣ ਦੀ ਵਾਰੀ ਆਉਂਦੀ ਹੈ ਤੇ ਜਦੋਂ ਤੁਹਾਡੀ ਸਾਰੀ ਪ੍ਰੋਫਾਈਲ ਗੋ ਥਰੂ ਕੀਤੀ ਜਾਂਦੀ ਹੈ, ਜਿਹੜੇ ਉੱਥੇ ਮੇਨ ਲਿਖਿਆ ਹੋਇਆ ਕਲੋਜ਼ ਕਿ 1 ਸਾਲ ਲਈ ਤੁਹਾਡੀ GIC ਉੱਥੇ ਹੋਣੀ ਚਾਹੀਦੀ ਹੈ, ਉਹ ਤਾਂ ਰਿਫੰਡ ਹੀ ਹੋ ਜਾਂਦੀ ਹੈ ਬੱਚੇ ਦੀ ਜਦੋਂ ਬੱਚਾ ਲੈਂਡ ਕਰਦਾ ਉੱਥੇ। ਤਾਂ ਇਸ ਕਰਕੇ ਜਿਹੜੀ ਆਹ ਪ੍ਰੋਬਲਮ ਜਿਹੜੀ ਬੱਚੇ ਨੂੰ ਹੁੰਦੀ ਉਹ ਫਰਾਡ ਕੇਸ ਹੋ ਜਾਂਦਾ ਵਾ, ਤੇ ਇਹ ਬਲਫ ਖੇਲਿਆ ਜਾਂਦਾ ਵਾ ਏਜੰਟਸ ਵੱਲੋਂ ਬੱਚਿਆਂ ਦੇ ਲਈ। ਤੇ ਇਹ ਰਿਫੰਡ ਜਦੋਂ ਹੋ ਜਾਂਦੀ ਹੈ, ਇਸ ਤੋਂ ਬਾਅਦ ਬੱਚਾ ਜਦੋਂ PR ਵਾਸਤੇ ਜਾਂਦਾ ਤੇ ਕੀ ਦਿੱਕਤਾਂ ਆਉਂਦੀਆਂ? ਜਦੋਂ ਬੱਚੇ ਦੀ ਜਿੱਦਾਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਆਪਾਂ ਸਟੱਡੀ ਵੀਜ਼ਾ ਦੇ ਬਾਰੇ ਸਮਝਦੇ ਹਾਂ ਕਿ ਜਦੋਂ ਬੱਚਾ ਸਟੱਡੀ ਵੀਜ਼ਾ ਅਪਲਾਈ ਕਰਦਾ ਹੈ ਨਾ, ਤੇ ਉਹਦੇ ਅਕੈਡਮਿਕਸ ਜਾਂਦੇ ਨੇ, ਉਹਦਾ ਸਟੇਟਮੈਂਟ ਆਫ ਪਰਪਸ ਜਾਂਦਾ, ਉਹਦਾ ਆਫਰ ਲੈਟਰ ਜਾਂਦਾ, ਪਲੱਸ ਉਹਦਾ TRF ਜਾਂਦਾ। ਤੇ ਜਦੋਂ ਇਹ 4 ਚੀਜ਼ਾਂ ਜਦੋਂ ਐਮਬੈਸੀ ਨੂੰ ਮਿਲਦੀਆਂ ਤੇ ਚਾਰੋਂ ਪਾਸੇ ਉਹ ਟਿਕ ਲੱਗ ਜਾਂਦੇ, ਤਦ ਉਹ ਬੱਚੇ ਨੂੰ ਵੀਜ਼ਾ ਅਪਰੂਵ ਹੁੰਦਾ। ਇਹ ਏਜੰਟ ਅਪਰੂਵ ਨਹੀਂ ਕਰਕੇ ਦਿੰਦਾ। ਇਹ ਬਹੁਤ ਬੱਚਿਆਂ ਦੀ ਪ੍ਰੋਬਲਮ ਹੈ ਤੇ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੈ ਕਿ ਜੇ ਏਜੰਟ ਨੇ ਕਹਿਤਾ ਤਾਂ ਮੇਰਾ ਵੀਜ਼ਾ ਆ ਜਾਊਗਾ। ਵੀਜ਼ਾ ਏਜੰਟ ਨੇ ਨਹੀਂ ਦੇਣਾ, ਨਾ ਉਹ ਕਾਲਜ ਵਾਲਿਆਂ ਨੇ ਦੇਣਾ, ਉਹ ਦੇਣਾ ਐਮਬੈਸੀ ਨੇ। ਦੂਸਰੀ ਗੱਲ, ਜਦੋਂ ਇਹ ਸਾਰੀ ਚੀਜ਼ਾਂ ਬੱਚੇ ਨੂੰ ਕਲੀਅਰ ਹੋ ਜਾਂਦੀਆਂ ਨੇ, ਬੱਚੇ ਨੂੰ ਜਦੋਂ ਵੀਜ਼ਾ ਮਿਲ ਜਾਂਦਾ ਵਾ ਤੇ ਬੱਚਾ ਬਾਹਰ ਚਲਾ ਜਾਂਦਾ, ਸਟੱਡੀ ਕਰਦਾ ਵਾ, ਆਪਣੀ GIC ਦਾ ਖਰਚਾ ਜਿਹੜਾ ਹੈਗਾ ਜਿਹੜਾ ਰਿਫੰਡੇਬਲ ਹੁੰਦਾ ਵਾ ਉਹਨੂੰ 1 ਸਾਲ 'ਚ ਰਿਫੰਡ ਹੋ ਜਾਂਦਾ ਵਾ। ਫਿਰ ਉਹ ਲਗਾਉਂਦਾ ਆਪਣਾ ਪੋਸਟ ਵਰਕ ਪਰਮਿਟ, ਜਿਹੜੀ ਕਿ 3 ਸਾਲ ਲਈ ਹੁੰਦਾ ਵਾ। ਜਦੋਂ ਪੋਸਟ ਵਰਕ ਪਰਮਿਟ ਆਪਣਾ ਲਗਾਉਂਦਾ, ਪੋਸਟ ਵਰਕ ਪਰਮਿਟ ਤੋਂ ਬਾਅਦ ਉਹ ਐਲੀਜੀਬਲ ਲਗਾਉਣੀ ਹੈ। PR ਦੇ ਵਿੱਚ ਦੁਬਾਰਾ ਫਾਈਲ ਉਹਦੀ ਜਿਹੜੀ ਹੈ ਗੋ ਥਰੂ ਕਰਦੀ ਹੈ। ਜਦੋਂ PR ਦੇ ਵਿੱਚ ਜਦੋਂ ਬੱਚੇ ਨੂੰ ਪਤਾ ਚੱਲਦਾ ਅੱਛਾ ਇਹ ਵਾਲੇ ਕਾਲਜ ਦੇ ਵਿੱਚ ਉਸ ਬੱਚੇ ਨੇ ਅਪਲਾਈ ਕੀਤਾ ਸੀਗਾ, ਇੰਨੇ ਉਹਦਾ ਫੀਸ ਸਟਰਕਚਰ ਸੀਗਾ, ਇੰਨੇ ਉਹਦੇ ਬੈਕਲੌਗਸ ਆਏ ਨੇ, ਇਹ GIC ਹੈ, ਇੰਨੇ ਦਿਨਾਂ 'ਚ ਇਹਦੀ ਰਿਫੰਡ ਹੋਈ ਆ, ਆਹ ਸਾਰਾ ਕੁਛ ਉਹਦਾ ਪੱਕਿਆਂ 'ਚ ਜਦੋਂ ਸ਼ੋਅ ਹੋ ਜਾਂਦਾ ਤਦ ਉਹ PR ਅਪਲਾਈ ਕਰਦਾ। ਤੇ ਜਦੋਂ ਉਹਦੇ ਪਤਾ ਚੱਲਦਾ ਕਿ GIC ਜਿਹੜੀ ਹੈ ਬਲਫ ਖੇਡੀ ਗਈ ਸੀ, ਪਹੁੰਚਣ ਤੋਂ ਪਹਿਲਾਂ ਹੀ ਜਾਂ ਪਹੁੰਚਣ ਤੋਂ ਬਾਅਦ, ਵਿਦਿਨ ਅ ਡੇ ਔਰ ਵਿਦਿਨ ਅ ਮੰਥ ਉਹਦੀ ਸਾਰੀ ਨਿਕਲ ਚੁੱਕੀ ਹੋਈ ਹੈ, ਜਿਹੜੀ ਕਿ ਬੱਚੇ ਨੂੰ ਫਿਰ ਬਾਅਦ 'ਚ PR ਲੈਣ 'ਚ ਔਖਾ ਹੁੰਦਾ। ਤੇ PR ਲੈਣ 'ਚ ਔਖਾ ਹੁੰਦਾ, ਜਿਹੜੇ ਏਜੰਟਸ ਹੁੰਦੇ ਨੇ ਉਹਨਾਂ ਦੇ ਖਿਲਾਫ ਆਪਾਂ ਕੀ ਐਕਸ਼ਨ ਕਰ ਸਕਦੇ? ਕਿਉਂਕਿ ਏਜੰਟਸ ਵੀ ਕਾਫੀ ਨੇ ਤੇ ਬਲਫ ਵੀ ਬਹੁਤ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਖੇਡਿਆ ਜਾਂਦਾ ਏਜੰਟਸ ਵੱਲੋਂ, ਤੇ ਸਟੂਡੈਂਟਸ ਉਹਨਾਂ ਉੱਤੇ ਕੀ ਐਕਸ਼ਨ ਕਰ ਸਕਦੇ ਨੇ? ਵੈਲ ਮੇਰੇ ਅਕੋਰਡਿੰਗ ਤਾਂ ਮੈਂ ਜੋ ਬਿਲੀਵ ਕਰਦੀ ਹਾਂ ਕਿ ਲਾਈਕ ਟਰਾਂਸਪੇਰੈਂਸੀ ਬਹੁਤ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਗਵਰਨਮੈਂਟ ਸੈਕਟਰ ਜਿਹੜਾ ਸਾਡੇ ਗਵਰਨਮੈਂਟ ਨੇ ਉਹਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਇੰਸਟੈਡ ਆਫ ਇਸ਼ੂਇੰਗ ਜਿਹੜਾ ਲਾਇਸੈਂਸ, ਜਿਹੜਾ ਪੰਜਾਬ ਦੇ ਵਿੱਚ ਲਾਇਸੈਂਸ ਆ ਚੁੱਕਿਆ ਹੈ, ਹਰ ਇੱਕ ਨੂੰ ਦੇਣ ਦੀ ਬਜਾਏ ਇੱਕ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ ਪਹਿਲਾਂ ਏਜੰਟ ਨੂੰ ਕਿ ਭਾਈ ਆਹ ਚੀਜ਼ ਇਸ ਤਰੀਕੇ ਨਾਲ ਹੋਣੀ ਹੈ। ਟ੍ਰੇਨਿੰਗ ਤੋਂ ਬਾਅਦ ਉਹਦੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਜਿੱਦਾਂ ਕਿ ਹੁਣ ਜੇ ਮੈਂ ਕਹਾਂ ਕੈਨੇਡਾ ਦੇ ਵਿੱਚ RCIC ਏਜੰਟਸ ਨੇ, ਰਾਈਟ, ਦੇ ਆਰ ਆਲਸੋ ਇਮੀਗ੍ਰੇਸ਼ਨ ਲਾਇਰਸ, ਰਾਈਟ, ਉਹ ਪਹਿਲਾਂ ਪੜ੍ਹਦੇ ਨੇ, ਉਹ ਟ੍ਰੇਨਿੰਗ ਲੈਂਦੇ ਨੇ, ਫਿਰ ਉਹਨਾਂ ਨੂੰ ਲਾਇਸੈਂਸ ਮਿਲਦਾ ਹੈ। ਇੰਡੀਆ ਦੇ ਵਿੱਚ ਕੋਈ ਵੀ ਅਪਲਾਈ ਕਰਦਾ ਤੇ ਕਿਸੇ ਨੂੰ ਵੀ ਮਿਲ ਜਾਂਦਾ? ਐਨੀਬਡੀ ਕੈਨ ਅਪਲਾਈ ਲਾਇਸੈਂਸ, ਇਮੀਗ੍ਰੇਸ਼ਨ ਲਾਇਸੈਂਸ ਅਪਲਾਈ ਕਰ ਦਿੰਦਾ ਵੈ। ਨਾ ਉੱਪਰੋਂ ਦੀ ਆਡਿਟਸ ਹੁੰਦੀਆਂ ਨੇ ਕਿ ਉਹ ਕੰਮ ਕਿਸ ਤਰੀਕੇ ਨਾਲ ਕਰ ਰਿਹਾ ਵੈ, ਕਿ ਕਿਸੇ ਬੱਚੇ ਦੀ ਪ੍ਰੋਫਾਈਲ ਤਾਂ ਨਹੀਂ ਲੌਂਚ ਕੀਤੀ ਹੋਈ। ਕਈ ਇੱਦਾਂ ਦੇ ਵੀ ਅੱਜ ਤੋਂ ਸਰਾਬ ਮੈਨੂੰ ਯਾਦ ਆਇਆ ਕਿ ਪਿਛਲੇ 2-3 ਸਾਲ ਪਹਿਲਾਂ
ਇੱਥੇ ਛਾਪੇ ਵੀ ਪਏ ਸੀਗੇ ਜਿਨ੍ਹਾਂ ਨੇ ਵਿਦਆਊਟ ਲਾਇਸੈਂਸ ਵੀ ਆਪਣਾ ਇਮੀਗ੍ਰੇਸ਼ਨ ਚਾਲੂ ਕੀਤਾ ਹੋਇਆ ਸੀਗਾ, ਉਹ ਵਿਦਿਨ ਅ ਡੇ ਰਾਤੋਂ ਰਾਤ ਬੰਦ ਹੋ ਕੇ ਤੇ ਉਹ ਅੰਡਰਗਰਾਉਂਡ ਹੋ ਗਏ ਸੀਗੇ। ਤੇ ਇਹ ਚੀਜ਼ ਜਿਹੜੀ ਮੈਂ ਦੁਬਾਰਾ ਆਪਣੇ ਸਵਾਲ ਤੇ ਆਉਂਗਾ ਕਿ ਇਹਨਾਂ ਦੇ ਖਿਲਾਫ ਆਪਾਂ ਕਾਰਵਾਈ ਕੀ ਕਰ ਸਕਦੇ? ਜਿਹੜੇ ਸਟੂਡੈਂਟਸ ਬਾਹਰ ਜਾਂਦੇ ਨੇ, ਤੁਹਾਡੇ ਨਾਲ ਵੀ ਬਲੱਫ ਖੇਡਿਆ ਗਿਆ ਵਾ, ਤੁਸੀਂ ਵੀ ਜਦੋਂ ਗਏ ਹੋ ਤੇ ਤੁਹਾਨੂੰ ਝੂਠ ਬਲੱਫ ਖੇਡ ਕੇ ਤੁਹਾਨੂੰ ਉੱਥੇ ਲੈ ਕੇ ਗਿਆ ਵਾ, ਤੇ ਆਪਾਂ ਇਹਨਾਂ ਤੇ ਐਕਸ਼ਨ ਨਹੀਂ ਲੈ ਸਕਦੇ ਕੋਈ? ਵੈਲ ਜੇ ਦੇਖਿਆ ਜਾਵੇ ਤਾਂ ਲੀਗਲੀ ਐਕਸ਼ਨ ਲਿੱਤਾ ਜਾਂਦਾ, ਬਟ ਇਹ ਸੈਕਟਰ ਇੰਨਾ ਨਿਗਲੈਕਟ ਹੈ ਕਿ ਇਹਦੇ ਉੱਤੇ ਜ਼ਿਆਦਾ ਕਾਰਵਾਈ ਗਵਰਨਮੈਂਟ ਨੇ ਵੀ ਕੋਈ ਸਟ੍ਰਿਕਟ ਰੂਲਸ ਨਹੀਂ ਬਣਾਏ ਹੋਏ ਆ, ਜਿਹਦੇ ਕਰਕੇ ਖੁੱਲ੍ਹੇਆਮ ਵਿਦਆਊਟ ਲਾਇਸੈਂਸ ਬੱਚੇ ਏਜੰਟਸ ਕੰਮ ਕਰ ਰਹੇ ਨੇ ਤੇ ਭੋਲੇ ਬੱਚਿਆਂ ਨੂੰ ਬਹੁਤ ਟਾਰਗੇਟ ਈਜ਼ਲੀ ਕਰ ਦਿੰਦੇ ਨੇ। ਤੇ ਇਸ ਕਰਕੇ ਮੈਂ ਕਹਿਣਾ ਚਾਹ ਰਹੀ ਹਾਂ ਕਿ ਭਾਵੇਂ ਉਹ ਇਮੀਗ੍ਰੇਸ਼ਨ ਸੈਕਟਰ ਹੈ, ਉਦੋਂ ਗਵਰਨਮੈਂਟ ਨੂੰ ਚਾਹੀਦਾ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਅੰਡਰ ਸਰਵੇਲੈਂਸ ਲਿਆਉਣਾ ਚਾਹੀਦਾ ਵੈ। ਜਿਹੜੇ ਏਜੰਟਸ ਇਹ ਬਲੱਫ ਖੇਡਦੇ ਨੇ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨਸ ਵੀ ਲੈਣੇ ਚਾਹੀਦੇ ਆ। ਸੋ ਤੁਹਾਨੂੰ ਦੱਸ ਦੇਵਾਂਗੇ ਕਿ ਤੁਹਾਨੂੰ ਪਹਿਲਾਂ ਆਡੀਓ ਵੀ ਸੁਣਾਵਾਂਗੇ ਕਿ ਆਡੀਓ ਦੇ ਕਿਹੜੀ ਆਡੀਓ ਹੈ ਜਿਹੜੀ ਇੱਕ ਸਟੂਡੈਂਟ ਵੱਲੋਂ ਸਾਡੇ ਕੋਲ ਆਈ ਹੈ, ਤੇ ਉਸ ਤੋਂ ਬਾਅਦ ਜਿੱਦਾਂ ਕਿ ਅਸੀਂ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਨਾਲ ਬਲੱਫ ਖੇਡਿਆ ਜਾਂਦਾ ਵਾ। कुछ एजेंट्स क्या कर रहे हैं कि बच्चों को कॉलेजेस में भेज के जीआईसीज वगैरह उनकी पे कर देते हैं, तो जब वीज़ा लग जाता है या तो वो कॉलेज की फ़ीस रिफ़ंड करवा लेते हैं या वो जीआईसी रिफ़ंड करवा लेते हैं। दोनों में से एक चीज़ रिफ़ंड करवा लेते हैं, और वो भी फ़्लाइट से 1-2 दिन पहले, कि वो बच्चा वो उधर पहुँच जाता है तो फिर रिफ़ंड तो पहले से ही प्रोसेसिंग में होता है ना। तो अगर रिफंड ही करवा लिया तो वो जो जीआईसी सर्टिफिकेट होता है या फीस रिसिप्ट होती है वो वैलिड नहीं रहती। और इधर कनाडा में कोई भी ऑफिसर ऐसा नहीं है जो बैंक में कॉल करके किसी भी बच्चे की डिटेल्स निकाल सके कि इसके अकाउंट में इतने पैसे हैं। तो इसका वो ये जो लूप होल है ना, ये उनको पता है इंडिया वाले एजेंट्स को। तो दैट्स वाई उनका मतलब होता है कि वो जो वैलिड नहीं रहता जीआईसी सर्टिफिकेट, उसी पे बच्चे को एंट्री तो मिल जाती है लूप होल की वजह से। बट जो बच्चा इधर आके देखता है मेरा अकाउंट, तो पीछे एजेंट्स के पीछे फैमिलीज भागती हैं। ठीक है, अभी बच्चे को सर्वाइवल के लिए जीआईसी दे के भेजा जाता है कि यार तू चल है ना, 2-4 महीने तेरे को सर्वाइवल के लिए पैसे चाहिए होंगे, तो इसीलिए उन्होंने उनको जीआईसी दे के मतलब उनके अकाउंट में डलवा के भेजा होता है। बट जो एजेंट्स होते हैं ये जीआईसी विड्रॉ करवा के अपने पास रख लेते हैं खुद के फायदे के लिए, है ना। तो इसके बड़े 1-2 केस देखने को मिले, जिसकी वजह से जब लड़की ने पीआर अप्लाई करी तो उनको पता लगा कि कॉलेज की जो इसकी फीस रिसिप्ट थी कॉलेज की, वो तो फेक थी, क्योंकि कॉलेज में फीस तो कभी डिपॉजिट ही नहीं हुई, या मतलब कॉलेज में फीस डिपॉजिट हुई थी तो विड्रॉल होगी, क्योंकि लड़की ने तो इधर आके कॉलेज चेंज करवा लिया। तो 2016 में क्या था कि एक ही सेमेस्टर की फीस भर के होता था। ठीक है, तो एजेंट ने क्या करा, जीआईसी नहीं छेड़ी, उसने कॉलेज की फीस रिफंड करवा ली आफ्टर वीजा। जब उसका वीजा अप्रूव हो गया लड़की का, तो उसकी फीस रिफंड करवा ली। लड़की आई जो नॉन वैलिड फीस रिसिप्ट थी उस पे। लड़की ने इधर आके देखा कॉलेज में इनरोल्ड नहीं हुई, कैम्ब्रियन कॉलेज में, तो इसलिए लड़की ने कॉलेज चेंज करा के किसी और कॉलेज में चली गई, उधर खुद के पैसों से फीस भरी अपने घर वालों से मंगवा के, और घर वाले एजेंट के पीछे पीछे भागते रहे कि फीस वापस कर दे वापस कर दे, तो उसने करी नहीं। तो इसकी वजह से वो लड़की को अभी जाके कंट्री लीव का वारंट इशू हुआ है, उसका अरेस्ट वारंट निकला था जो हम उसका हैंडल कर रहे हैं। तो ये भी एक तरह का एक तरीका होता है जिसकी वजह से लूटा जा रहा है स्टूडेंट्स को। ਤੇ ਜਦੋਂ ਕੋਈ ਵੀ ਬੱਚਾ ਉੱਥੇ ਜਾਂਦਾ ਵਾ ਸਟੂਡੈਂਟ, ਉਸ ਦੇ ਜਾਣ ਤੋਂ 2 ਦਿਨ ਪਹਿਲਾਂ ਹੀ ਜਾਂ ਉਸ ਦੇ ਪਹੁੰਚਣ ਤੋਂ ਬਾਅਦ ਜਿਹੜੀ ਉਹਦੀ ਜੀਆਈਸੀ ਅਮਾਉਂਟ ਹੁੰਦੀ ਹੈ ਉਹ ਕੱਢ ਲਿੱਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਜਦੋਂ ਪੀਆਰ ਦੇ ਲਈ ਉਹ ਅਪਲਾਈ ਕਰਦੇ ਨੇ ਤੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ। ਕਈ ਕੇਸਾਂ ਦੇ ਵਿੱਚ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਂਦਾ ਵਾ, ਤੇ ਕਈ ਕੇਸਾਂ ਦੇ ਵਿੱਚ ਸਮਨ ਵੀ ਨਿਕਲ ਜਾਂਦੇ, ਉਹਨਾਂ ਦੇ ਅਰੈਸਟ ਵਾਰੰਟ ਤੱਕ ਨਿਕਲ ਜਾਂਦੇ ਨੇ। ਸੋ ਜੇ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੇ ਇੱਕ ਵਾਰੀ ਇਹ ਸਾਰੀ ਜਿਹੜੀ ਡਿਟੇਲਸ ਹੈ ਜ਼ਰੂਰ ਗੋ ਥਰੂ ਹੋ ਜਾਓ। ਜਿਹੜੀ ਜੀਆਈਸੀ ਹੈ, ਜਿਹੜੀ ਪੀਆਰ ਦੇ ਫਾਰਮੈਟਸ ਨੇ, ਜਿਹੜੇ ਏਜੰਟਸ ਨੇ, ਉਹਨਾਂ ਦੀ ਚੈੱਕ ਜ਼ਰੂਰ ਕਰੋ ਕਿ ਵੈਦਰ ਦੇ ਆਰ ਰੋਂਗ ਔਰ ਰਾਈਟ। ਕੈਮਰਾਮੈਨ ਕਰਨ ਦੇ ਨਾਲ ਮੁਹੰਮਦ ਸੋਹਰਾਬ।